ਮੇਰਾ ਕੇਸ ਆ ਜਿਹੜਾ ਚੱਲਦਾ ਰਿਹਾ 5.5 ਸਾਲਾਂ ਬਾਅਦ ਮੈਨੂੰ ਹੁਕਮ ਦਿੱਤਾ ਗਾ ਸਿਰ ਕਲਮ ਕਰਨ ਦਾ। ਕਿਵੇਂ ਹੋਇਆ ਗਾ ਇਹ ਹਜੇ ਤੱਕ ਮੈਨੂੰ 10.5 ਸਾਲਾਂ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ। ਕਦੇ ਕਦੇ ਮੈਂ ਉਹਨੂੰ ਵੀ ਯਾਦ ਕਰਕੇ ਰੋਣ ਲੱਗ ਜਾਂਦਾ ਵੀ ਕੀ ਹੋ ਗਿਆ ਮੈਥੋਂ। ਸਾਊਦੀ ਅਰਬ ਦੀ ਜੇਲ੍ਹ ਦੇ ਹਾਲਾਤ ਬਹੁਤ ਹੀ ਮਾੜੇ ਨੇ ਸਾਡੇ ਪੰਜਾਬੀਆਂ ਵਾਸਤੇ, ਜਾਂ ਕਹਿ ਦਈਏ ਸਿੱਖਾਂ ਵਾਸਤੇ ਜਾਂ ਹਿੰਦੂਆਂ ਵਾਸਤੇ ਬਹੁਤ ਮਾੜੇ ਉੱਥੋਂ ਦੇ ਕਾਨੂੰਨ ਨੇ। ਉਹਨਾਂ ਦੀਆਂ ਥੋੜ੍ਹੀ ਲੂਜਿੰਗ ਕਰਕੇ ਮੈਂ ਇੰਨਾ ਟਾਈਮ ਬਹਿ ਕੇ ਆਇਆ ਉੱਥੇ, ਕਿਉਂਕਿ ਉਹਨਾਂ ਨੇ ਇਹੋ ਜਿਹਾ ਕੋਈ ਵੀ ਸਪੋਰਟ ਨਹੀਂ ਕੀਤਾ। ਦੇਖੋ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਸੀਗੇ, ਉਹ ਕਹਿੰਦੇ ਸੀ ਤੁਸੀਂ ਕ੍ਰਿਮੀਨਲ ਕੇਸ ਕੀਤਾ ਹੈਗਾ, ਤੁਸੀਂ ਦੇਖੋ ਹਮ ਲੋਗ ਕਿਆ ਕਰ ਸਕਦੇ ਇਸ ਕੇ ਵਿੱਚ ਮੇਂ। ਕਿਉਂਕਿ ਜਿਹੜੇ ਉੱਤੇ ਸਾਡੇ ਇੱਥੇ ਅਫਸਰ ਬੈਠੇ ਨੇ ਦਿੱਲੀ ਦੇ ਵਿੱਚ ਵਿਦੇਸ਼ ਮੰਤਰਾਲਿਆ ਦੇ ਵਿੱਚ, ਉਹਨਾਂ ਵੱਲੋਂ ਕੋਈ ਵੀ ਸਪੋਰਟ ਨਹੀਂ ਮਿਲ ਰਹੀ ਸੀ, ਕਿਸੇ ਚੀਜ਼ ਦੀ ਸਪੋਰਟ ਨਹੀਂ ਮਿਲ ਰਹੀ ਸੀ। ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਨੌਜਵਾਨ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ, ਜੋ ਕਿ ਪੰਜਾਬ ਦੇ ਵਿੱਚ ਇੱਥੋਂ ਕੰਮ ਨਹੀਂ ਮਿਲਦਾ ਤਾਂ ਵਿਦੇਸ਼ਾਂ ਦੇ ਵੱਲ ਭੱਜ ਕਰਦੇ ਨੇ, ਕਿ ਵਿਦੇਸ਼ਾਂ ਦੇ ਵੱਲ ਹੌਟ ਲੱਗੀ ਹੋਈ ਹੈ। ਕਿ ਆਏ ਦਿਨ ਦੇਖਦੇ ਹਾਂ ਕਿ ਚਾਹੇ ਉਹ ਸਟੂਡੈਂਟ ਵੀਜ਼ੇ ਤੇ ਬਾਹਰ ਜਾ ਰਹੇ ਹੋਣ, ਚਾਹੇ ਆਪਣੇ ਘਰ ਦੇ ਕੰਮਕਾਰ ਜਾਂ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਿਦੇਸ਼ਾਂ ਦੇ ਵਿੱਚ ਦੁਬਈ ਹੋਵੇ ਜਾਂ ਗਲਫ ਕੰਟਰੀਜ਼ ਹੋਣ, ਉੱਥੇ ਆਪਣਾ ਰੁਜ਼ਗਾਰ ਕਰਨ ਦੇ ਲਈ ਜਾ ਰਹੇ ਨੇ। ਲੇਕਿਨ ਮੁਕਤਸਰ ਦੀ ਗੱਲ ਕਰਾਂ ਤਾਂ ਮੁਕਤਸਰ ਦਾ ਇੱਕ ਨੌਜਵਾਨ ਬਲਵਿੰਦਰ ਸਿੰਘ 2008 ਦੇ ਵਿੱਚ ਆਪਣੇ ਘਰ ਦੇ ਹਾਲਾਤਾਂ ਦੀ ਸੁਧਾਰਨ ਦੇ ਲਈ, ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਦੇ ਵਿੱਚ ਜਾਂਦਾ ਹੈ। ਕਰੀਬ 4-5 ਸਾਲ ਉੱਥੇ ਰਹਿੰਦਾ ਤੇ ਬਹੁਤ ਵਧੀਆ ਉਸਦਾ ਘਰ ਦਾ ਜੋ ਕਹਿ ਦਈਏ ਵੀ ਰੁਜ਼ਗਾਰ ਉੱਥੇ ਚੱਲ ਪਿਆ ਸੀ ਤੇ ਘਰ ਦੇ ਹਾਲਾਤ ਵੀ ਸੁਧਰਨ ਲੱਗ ਪਏ ਸੀ। ਲੇਕਿਨ 2013 ਦੇ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਬਲਵਿੰਦਰ ਉੱਥੋਂ ਦੀ ਜੇਲ੍ਹ ਦੇ ਵਿੱਚ ਚਲਾ ਜਾਂਦਾ ਹੈ ਤੇ 2023 ਦੇ ਵਿੱਚ ਆ ਕੇ ਉਸ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਂਦਾ। ਬਹੁਤ ਗੱਲਾਂ ਨੇ, ਸਵਾਲ ਨੇ। ਬਲਵਿੰਦਰ ਸਾਡੇ ਨਾਲ ਹੈ, ਜੋ ਅੱਜ ਕੱਲ੍ਹ ਵਾਪਸ ਜੇ ਗੱਲ ਕਰੀਏ ਤਾਂ ਮੁੜ ਇੰਡੀਆ ਦੇ ਵਿੱਚ ਆਪਣੀ ਧਰਤੀ ਦੇ ਵਿੱਚ ਆਪਣੇ ਘਰ ਦੇ ਵਿੱਚ ਪਹੁੰਚਿਆ। ਬਲਵਿੰਦਰ, 2008 ਦੇ ਵਿੱਚ ਤੁਸੀਂ ਉੱਥੇ ਰੋਜੀ ਰੋਟੀ ਕਮਾਉਣ ਦੇ ਲਈ ਗਏ ਸੀ, ਆਪਣੇ ਹਾਲਾਤਾਂ ਨੂੰ ਸੁਧਾਰਨ ਦੇ ਲਈ। ਹਾਲਾਤ ਕੀ ਬਣੇ ਕਿ ਤੁਹਾਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ? ਵੀਰ ਜੀ, ਮੈਂ ਇੱਥੋਂ 2008 ਦੇ ਵਿੱਚ ਸਾਊਦੀ ਅਰਬ ਦੇ ਵਿੱਚ ਗਿਆ ਗਾ। ਉੱਥੇ ਇੱਕ ਮੇਰਾ ਨੋਰਮਲ ਜਿਹਾ ਝਗੜਾ ਹੋਇਆ ਗਾ, ਅਤੇ ਉਹ ਝਗੜਾ ਮੇਰਾ ਜਿਹੜਾ ਉੱਥੋਂ ਦਾ ਮੇਰਾ ਮਾਲਕ ਸੀਗਾ, ਉਹਦੇ ਨਾਲ ਮੇਰੀ ਗੱਲਬਾਤ ਸਾਰੀ ਹੋਈ ਆ। ਉਹਨੂੰ ਮੈਂ ਦੱਸਿਆ ਗਾ ਮੈਥੋਂ ਇਹ ਹੋਇਆ ਗਾ, ਉਹਨੂੰ ਕਿਹਾ ਮੈਨੂੰ ਪੁਲਿਸ ਦੇ ਨਾਲ ਭੇਜ ਅਤੇ ਬੰਦੇ ਦਾ ਟਰੀਟਮੈਂਟ ਕਰਾਉਣਾ ਹੈਗਾ, ਐਂਬੂਲੈਂਸ ਬੁਲਾ। ਉਹਨਾਂ ਨੇ ਐਂਬੂਲੈਂਸ ਬੁਲਾਈ ਆ ਉੱਥੇ, ਉਹ ਬੰਦੇ ਨੂੰ ਵੀ ਭੇਜਿਆ ਹੈਗਾ। ਅਤੇ ਮੈਨੂੰ 2 ਦਿਨਾਂ ਬਾਅਦ ਉਹਨੇ ਕਿਹਾ ਹੈਗਾ ਤੁਹਾਨੂੰ ਪੁਲਿਸ ਦੇ ਕੋਲ ਪੇਸ਼ ਕਰਨਾ ਹੈਗਾ। ਉਹ 2 ਦਿਨਾਂ ਦੇ ਬਾਅਦ ਉਹਨੇ ਪੁਲਿਸ ਦੇ ਕੋਲ ਪੇਸ਼ ਕੀਤਾ। ਉਹਨਾਂ ਨੇ ਚੱਕ ਕੇ ਤਹਿਕੀਕਾਂ ਕੀਤੀਆਂ। 2 ਮਹੀਨੇ ਸਾਨੂੰ ਥਾਣੇ 'ਚ ਰੱਖਿਆ। ਥਾਣੇ ਤੋਂ ਬਾਅਦ ਜਾ ਕੇ 2 ਮਹੀਨਿਆਂ ਬਾਅਦ ਸਾਨੂੰ ਸੈਂਟਰ ਜੇਲ੍ਹ 'ਚ ਭੇਜ ਦਿੱਤਾ ਗਿਆ। ਸੈਂਟਰ ਜੇਲ੍ਹ ਦੇ ਵਿੱਚੋਂ ਫਿਰ ਉਹ ਯਾਨੀ 4 ਮਹੀਨੇ ਉੱਥੇ ਰੱਖ ਕੇ ਫਿਰ ਸਾਨੂੰ ਥਾਣੇ 'ਚ ਲੈ ਕੇ ਆਏ। ਉੱਥੇ ਫਿਰ ਉਹੀ ਤਹਿਕੀਕਾਂ ਹੋਈਆਂ ਗਾ। ਉਹ ਤੋਂ ਬਾਅਦ ਮੇਰੀ ਪਹਿਲੀ ਜਿਹੜੀ ਪੇਸ਼ੀ ਹੋਈ ਆ 2.5 ਸਾਲਾਂ ਬਾਅਦ, ਉੱਥੇ ਮੈਨੂੰ ਪਤਾ ਲੱਗਿਆ ਵੀ ਬੰਦਾ ਮਰ ਚੁੱਕਿਆ ਹੈਗਾ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਬੰਦਾ ਮਰਿਆ ਕਿਸ ਹਿਸਾਬ ਨਾਲ, ਮੈਨੂੰ ਉਹਦੀ ਰਿਪੋਰਟ ਦਿਓ, ਮੈਡੀਕਲ ਰਿਪੋਰਟ ਦਿਓ। ਉਹ ਕੋਈ ਮੈਡੀਕਲ ਰਿਪੋਰਟ ਕੁਛ ਵੀ ਨਹੀਂ ਉਹਨਾਂ ਤੋਂ ਮੈਨੂੰ ਮਿਲਿਆ ਹੈਗਾ। ਉਹਨਾਂ ਨੇ ਮੇਰਾ ਕੇਸ ਆ ਜਿਹੜਾ ਚੱਲਦਾ ਰਿਹਾ 5.5 ਸਾਲਾਂ ਬਾਅਦ ਮੈਨੂੰ ਹੁਕਮ ਦਿੱਤਾ ਗਾ ਸਿਰ ਕਲਮ ਕਰਨ ਦਾ। 5.5 ਸਾਲ ਬਾਅਦ ਸਿਰ ਕਲਮ ਦਾ ਹੁਕਮ ਹੋਇਆ ਅਦਾਲਤ ਵੱਲੋਂ। ਗੱਲ ਕੀ ਹੋਈ, ਹਾਲਾਤ ਕੀ ਬਣੇ ਕਿ ਜਿਹੜਾ ਬੰਦੇ ਦਾ ਉਹ ਜੇ ਕਹਿ ਦਈਏ ਤਾਂ ਝਗੜਾ ਹੋਇਆ ਜਾਂ ਉਹ ਬੰਦੇ ਦੀ ਮੌਤ ਹੋਈ, ਕਿਸ ਤਰ੍ਹਾਂ? ਨੋਰਮਲ ਝਗੜਾ ਹੋਇਆ ਹੈਗਾ। ਉੱਥੇ ਬੈਠਿਆਂ ਗੱਲਾਂ ਗੱਲਾਂ ਦੇ ਵਿੱਚ ਸਾਡਾ ਝਗੜਾ ਹੋਇਆ ਹੈਗਾ। ਉਹ ਛੋਟਾ ਜਿਹਾ ਝਗੜਾ ਸੀਗਾ। ਉਹ ਬੰਦਾ ਕਿਹੜੇ ਹਿਸਾਬ ਨਾਲ ਮਰ ਗਿਆ ਉਹਦੀ ਲਿਖੀ ਵੀ ਸੀਗੀ ਰੱਬ ਵੱਲੋਂ, ਅਤੇ ਮੈਂ ਉੱਥੇ ਜੇਲ੍ਹ ਕੱਟਣੀ ਸੀਗੀ। ਇੱਕ ਨਿੱਕੇ ਝਗੜੇ ਕਰਕੇ ਮੈਂ ਉੱਥੇ 10.5 ਸਾਲ ਕੱਟ ਕੇ ਆਇਆ। 10.5 ਸਾਲ ਤੁਸੀਂ ਇੱਕ ਨਿੱਕੇ ਜਿਹੇ ਝਗੜਾ ਉਹ ਤੁਹਾਨੂੰ ਪਤਾ 2.5 ਸਾਲ ਬਾਅਦ ਤੁਸੀਂ ਕਹਿ ਰਹੇ ਹੋ ਪਤਾ ਲੱਗਦਾ ਵੀ 2.5 ਸਾਲ ਬਾਅਦ ਵੀਰ ਜੀ ਮੈਨੂੰ ਪਤਾ ਲੱਗਿਆ ਵੀ ਜਿਹੜੇ ਬੰਦੇ ਨਾਲ ਸਾਡਾ ਝਗੜਾ ਹੋਇਆ ਉਹ ਮਰ ਚੁੱਕਿਆ ਹੈਗਾ। ਉਹ ਯਾਨੀ ਰਾਤ ਦੇ 8 ਵਜੇ ਸਾਡਾ ਝਗੜਾ ਹੋਇਆ, ਉਹ ਅਗਲੇ ਦਿਨ ਜਾ ਕੇ ਸਵੇਰੇ 10 ਵਜੇ ਮਰਿਆ ਹੈਗਾ, ਹੌਸਪੀਟਲ ਦੇ ਵਿੱਚ ਜਾ ਕੇ ਮਰਿਆ ਹੈਗਾ। ਬੰਦਾ ਕਿੱਥੋਂ ਦਾ ਸੀ? ਆਪਣੇ ਇੰਡੀਆ ਦਾ ਸੀ ਜਾਂ ਕਿਸੇ ਦੂਸਰੀ ਕੰਟਰੀ ਦਾ? ਬੰਦਾ ਵੀਰ ਜੀ ਉਹ ਇਜਿਪਟ ਦਾ ਸੀਗਾ, ਮਿਸਰ ਦਾ ਸੀਗਾ। ਕਿੰਨੇ ਸਮੇਂ ਤੋਂ ਤੁਹਾਡੇ ਨਾਲ ਰਹਿ ਲਿਆ ਸੀ ਜਾਂ ਉੱਥੇ ਆਇਆ ਸੀ ਕਿਸੇ ਕੰਮ ਪਰਪਸ ਤੇ? ਉਹ 4 ਸਾਲ ਤੋਂ ਸਾਡੇ ਨਾਲ ਰਹਿ ਰਿਹਾ ਸੀਗਾ ਜੀ। 4 ਸਾਲ ਦੇ ਵਿੱਚ ਉਹ ਸਾਡੇ ਉੱਥੇ ਵਰਕਸ਼ਾਪ ਦੇ ਉੱਤੇ ਮਕੈਨਿਕ ਸੀਗਾ। ਅਸੀਂ ਉਹ ਤੋਂ ਸਾਰਾ ਕੰਮ ਕਾਰ ਜਿਹੜਾ ਵੀ ਉਹ ਤੋਂ ਕਰਾਉਣਾ ਸੀਗਾ। ਉਹਦੇ ਨਾਲ ਇਹ ਝਗੜੇ ਦਾ ਸਬੱਬ ਕਿਸ ਹਿਸਾਬ ਨਾਲ ਬਣ ਗਿਆ, ਕਿਵੇਂ ਹੋਇਆ ਗਾ, ਇਹ ਹਜੇ ਤੱਕ ਮੈਨੂੰ 10.5 ਸਾਲਾਂ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ। ਕਦੇ ਕਦੇ ਮੈਂ ਉਹਨੂੰ ਵੀ ਯਾਦ ਕਰਕੇ ਰੋਣ ਲੱਗ ਜਾਂਦਾ ਵੀ ਕੀ ਹੋ ਗਿਆ ਮੈਥੋਂ।
ਹਾਲਾਤ ਇਸ ਤਰ੍ਹਾਂ ਦੇ ਸੀ ਕਿ ਤੁਹਾਨੂੰ ਆਪਣਾ ਦੇਸ਼ ਛੱਡ ਕੇ ਘਰ ਛੱਡ ਕੇ ਬਾਹਰ ਜਾ ਕੇ ਨੌਕਰੀ ਕਰਨੀ ਪਈ, ਬਾਹਰ ਵਿਦੇਸ਼ ਦੇ ਵਿੱਚ ਰਹਿਣਾ ਪਿਆ। ਹਾਲਾਤ ਇਦਾਂ ਦੇ ਬਣੇ ਕਿ ਝਗੜਾ ਉੱਥੇ ਹੋਇਆ ਤੇ ਤੁਹਾਨੂੰ ਜੇਲ੍ਹ ਕੱਟਣੀ ਪਈ। ਪ੍ਰੋਸੈਸ ਦੀ ਗੱਲ ਕਰੀਏ ਤਾਂ ਜਦੋਂ ਤੁਹਾਨੂੰ ਜੇਲ੍ਹ ਹੁੰਦੀ ਹੈ ਘਰੇ ਕਿਵੇਂ ਘਰੇ ਤੁਸੀਂ ਗੱਲਬਾਤ ਕੀਤੀ ਵੀ ਤੁਹਾਨੂੰ ਜੇਲ੍ਹ 'ਚ ਵਿੱਚ ਕੀਤਾ ਗਿਆ? ਹਾਂਜੀ ਵੀਰ ਜੀ, ਜਦੋਂ ਮੈਂ ਜੇਲ੍ਹ 'ਚ ਗਿਆ ਉਸ ਟਾਈਮ ਤੇ ਮੈਂ ਦੱਸਿਆ ਸੀ ਮੈਨੂੰ ਜੇਲ੍ਹ ਹੋਈ ਆ, ਕੇਸ ਚੱਲ ਰਿਹਾ ਹੈਗਾ, ਜਦੋਂ ਕੇਸ ਕਲੀਅਰ ਹੋਣਾ ਤੇ ਮੈਂ ਵਾਪਸ ਆ ਜਾਣਾ। ਪਰ ਮੈਨੂੰ ਇਹ ਨਹੀਂ ਪਤਾ ਸੀ ਉਹਨਾਂ ਨੇ ਮੈਨੂੰ ਸਿਰ ਕਲਮ ਦਾ ਹੁਕਮ ਦੇ ਦੇਣਾ। ਜਦੋਂ ਮੈਨੂੰ ਸਿਰ ਕਲਮ ਕਰਨ ਦਾ ਹੁਕਮ ਹੋਇਆ ਉਸ ਟਾਈਮ ਦੇ ਉੱਤੇ ਵੀ ਮੈਂ ਘਰੇ ਫੋਨ ਕਰਕੇ ਮੇਰੇ ਘਰਦਿਆਂ ਨੂੰ ਦੱਸਿਆ ਵੀ ਤੁਸੀਂ ਮੈਨੂੰ ਕੋਈ ਸਰਕਾਰ ਵੱਲੋਂ ਹੈਲਪ ਕਰਕੇ ਦਿਓ। ਹਾਲਾਤ ਕਿਸ ਤਰ੍ਹਾਂ ਦੇ ਨੇ ਉੱਥੇ ਜਿਹੜੀਆਂ ਬਾਹਰ ਦੀਆਂ ਜੇਲ੍ਹਾਂ ਨੇ? ਬਾਹਰ ਦੇ ਕਾਨੂੰਨ ਤਾਂ ਕਹਿੰਦੇ ਸਾਊਦੀ ਹੋ ਗਏ, ਦੁਬਈ ਹੋ ਜੇ ਜਾਂ ਦੂਸਰੀਆਂ ਗਲਫ ਕੰਟਰੀਜ਼ ਦੇ ਗੱਲ ਕਰੀਏ ਨਾਲ ਦੀਆਂ ਛੋਟੀਆਂ-ਮੋਟੀਆਂ ਜਿਹੜੀਆਂ ਉੱਥੋਂ ਦੀਆਂ ਜਿਹੜੇ ਮੁਸਲਿਮ ਕੰਟਰੀਜ਼ ਨੇ, ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੋਂ ਦੇ ਜੇਲ੍ਹਾਂ ਦੇ? ਵੀਰ ਜੀ ਬਾਕੀ ਤਾਂ ਕੰਟਰੀ ਦੇ ਪਤਾ ਨਹੀਂਗਾ, ਪਰ ਸਾਊਦੀ ਅਰਬ ਦੀ ਜੇਲ੍ਹ ਦੇ ਹਾਲਾਤ ਬਹੁਤ ਹੀ ਮਾੜੇ ਨੇ ਸਾਡੇ ਪੰਜਾਬੀਆਂ ਵਾਸਤੇ, ਜਾਂ ਕਹਿ ਦਈਏ ਸਿੱਖਾਂ ਵਾਸਤੇ ਜਾਂ ਹਿੰਦੂਆਂ ਵਾਸਤੇ ਬਹੁਤ ਮਾੜੇ ਉੱਥੋਂ ਦੇ ਕਾਨੂੰਨ ਨੇ। ਕਿਉਂਕਿ ਉੱਥੇ ਜਿਹੜੀ ਉੱਥੋਂ ਦੇ ਲੋਕਾਂ ਦੀ ਸੋਚ ਆ ਉਹਨਾਂ ਦੇ ਨਾਲ ਜਿਹੜੇ ਸਾਡੇ ਅੰਦਰ ਜੇਲ੍ਹਾਂ ਦੇ ਵਿੱਚ ਮੁਸਲਮਾਨ ਵੀਰ ਰਹਿੰਦੇ ਨੇ ਉਹਨਾਂ ਦੀ ਸੋਚ ਮਿਲੀ ਹੋਈ ਆ। ਉਹ ਦਿੰਦੇ ਆ ਵੀ ਕੋਈ ਬੰਦਾ ਅੰਦਰ ਆ ਕੇ ਫਸ ਜਾਂਦਾ ਤਾਂ ਉਹਨੂੰ ਕਿਹੜਾ ਆਪਣਾ ਧਰਮ ਤਬਦੀਲ ਕਰਨ ਵਾਸਤੇ ਅਸੀਂ ਉਹ ਕਬੂਲ ਕਰ ਦੇਣਗੇ ਵੀ ਤੁਹਾਡੀ ਬਹੁਤ ਜਲਦੀ ਹੈਲਪ ਕਰਨਗੇ ਇਹ। ਅਤੇ ਬਾਕੀ ਰੋਟੀ ਪਾਣੀ ਆ ਜਿਹੜਾ ਉਹ ਰੋਟੀ ਪਾਣੀ ਬਸ ਇੱਕ ਮਜਬੂਰੀ, ਜਦੋਂ ਫਸ ਜਾਂਦਾ ਬੰਦਾ ਤਾਂ ਢਿੱਡ ਭਰਨ ਵਾਸਤੇ ਸਭ ਕੁਝ ਕਰਨਾ ਪੈਂਦਾ ਵੀਰ ਜੀ ਉੱਥੇ। 13 ਦੇ ਵਿੱਚ ਇਹ ਇਨਸੀਡੈਂਟ ਹੁੰਦਾ, ਤੁਹਾਡੇ ਨਾਲ ਹਾਦਸਾ ਵਾਪਰਦਾ ਵੀ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ। ਜਦੋਂ ਤੁਸੀਂ ਜੇਲ੍ਹ 'ਚ ਰਹੇ ਹੋ ਤੁਹਾਨੂੰ ਪਤਾ ਕਦੋਂ ਲੱਗਦਾ ਵੀ ਉਹ ਬੰਦੇ ਦੀ ਮੌਤ ਹੋਈ ਹੈ? ਵੀਰ ਜੀ ਮੈਨੂੰ ਪਤਾ 2.5 ਸਾਲਾਂ ਬਾਅਦ ਜਾ ਕੇ ਪਤਾ ਲੱਗਦਾ ਹੈਗਾ। ਕਲੀਅਰ ਕਦੋਂ ਹੁੰਦਾ ਹੈਗਾ? 5.5 ਸਾਲਾਂ ਬਾਅਦ, ਜਦੋਂ ਉਹ ਮੈਨੂੰ ਹੁਕਮ ਸੁਣਾਉਂਦੇ ਆ ਸਿਰ ਕਲਮ ਕਰਨ ਦਾ, ਅਤੇ ਉਹ ਕਹਿੰਦੇ ਆ ਉਹ ਬੰਦਾ ਉਹਦਾ ਗਲਬ ਦੀ ਧੜਕਣ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਹ ਬੰਦਾ ਮਰ ਗਿਆ ਗਾ। ਦਿਲ ਦੀ ਧੜਕਣ ਬੰਦ ਹੋਣ ਕਰਕੇ ਮਰ ਗਿਆ। ਸਰ ਕਲਮ ਦੇ ਹੁਕਮ ਕਦੋਂ ਆਏ ਜਦੋਂ ਤੁਸੀਂ ਜੇਲ੍ਹ 'ਚ ਸੀਗੇ? 13 ਦੇ ਵਿੱਚ ਤੁਸੀਂ ਜਾਣਦੇ ਹੋ 2 ਸਾਲ ਤੁਹਾਨੂੰ ਸਿੱਧਾ ਪੇਸ਼ ਕਰਦੇ ਰਹੇ ਆ। ਹੁਕਮ ਕਦੋਂ ਆਏ ਜਿਹੜੇ ਤੁਹਾਡਾ ਗਰਦਨ ਕਲਮ ਕਰਨੀ? 2018 ਦੇ ਵਿੱਚ ਹੀ, 2018-19 ਦੇ ਵਿੱਚ ਜਾ ਕੇ ਮੈਨੂੰ ਹੁਕਮ ਆਇਆ ਜੀ। 2018 ਦੇ ਲਾਸਟ ਦੇ ਵਿੱਚ ਅਤੇ 19 ਦੇ ਸ਼ੁਰੂ ਦੇ ਵਿੱਚ ਹੁਕਮ ਹੋਇਆ ਜੀ। ਘਰਦਿਆਂ ਨੂੰ ਬਹੁਤ ਜਦੋਂ ਖਬਰ ਸੁਣੀ ਹੋਣੀ ਹੈ, ਤੁਸੀਂ ਦੱਸਿਆ ਹੋਣਾ ਕਿ ਇੱਦਾਂ ਕਰਕੇ ਮੈਨੂੰ ਸਜ਼ਾ ਹੋਈ ਆ, ਨਾਲ ਹੋਰ ਵੀ ਕੋਈ ਸਜ਼ਾ ਜੁਰਮਾਨਾ ਵੀ ਦੱਸਿਆ ਗਿਆ ਤੁਹਾਨੂੰ? ਨਹੀਂ ਵੀਰ ਜੀ ਹੋਰ ਕੋਈ ਜੁਰਮਾਨਾ ਨਹੀਂ, ਉਹਨਾਂ ਨੇ ਬਸ ਇਹੀ ਗੱਲ ਕਹੀ ਆ ਜਾਂ ਤਾਂ ਸਮਝੌਤਾ ਕਰੋ ਪਾਰਟੀ ਨਾਲ। ਉਹਨਾਂ ਨੂੰ ਕੀ ਚਾਹੀਦਾ ਗਾ? ਉਹਨਾਂ ਨੂੰ ਪੈਸਾ ਚਾਹੀਦਾ, ਤੁਹਾਨੂੰ ਉਹ ਇੱਦਾਂ ਮਾਫ ਕਰ ਦੇਣ ਤਾਂ ਉਹਨਾਂ ਦੇ ਨਾਲ ਸਮਝੌਤਾ ਕਰੋ। ਜੇ ਉਹ ਨਹੀਂ ਕਰਦੇ ਤਾਂ ਤੁਹਾਡਾ ਸਿਰ ਕਲਮ ਹੋਣਾ ਗਾ। ਕਿੰਨੀ ਰਕਮ ਮੰਗੀ ਗਈ ਸੀ ਤੁਹਾਡੇ ਕੋਲੋਂ ਵੀ ਜਿਹੜੀ ਉਹ ਸਮਝੌਤਾ ਕਰਨ ਦੇ ਲਈ ਆ? ਕਿਸ ਤਰ੍ਹਾਂ ਪ੍ਰੋਸੈਸ ਚੱਲਿਆ? ਵੀਰ ਜੀ ਸਭ ਤੋਂ ਪਹਿਲਾਂ ਤਾਂ ਰਕਮ ਮੰਗੀ ਗਈ ਹੈ ਮੈਥੋਂ ਉਹਨਾਂ ਵੱਲੋਂ 3 ਮਿਲੀਅਨ 7.5 ਲੱਖ ਰਿਆਲ, ਯਾਨੀ 37 ਲੱਖ ਰਿਆਲ। ਇਹ ਹੌਲੀ ਉਹਨਾਂ ਦੇ ਆਉਂਦੇ ਉਹਨਾਂ ਦੇ ਨਾਲ ਗੱਲਾਂ ਕਰਦੇ ਜਦੋਂ ਮੈਂ ਆਪਦੀ ਆਵਾਜ਼ ਇੱਥੇ ਪੰਜਾਬ ਦੇ ਵਿੱਚ ਉਠਾਈ ਆ ਤਾਂ ਬਾਹਰ ਮੈਨੂੰ ਲਿੰਕ ਮਿਲੇ, ਉੱਥੇ ਇੱਕ ਮੈਨੂੰ ਵਕੀਲ ਕਰਕੇ ਦਿੱਤਾ ਅਤੇ ਅੱਗੇ ਉਹਨੇ ਫਿਰ 2 ਸਾਊਦੀ ਵਕੀਲ ਕਰੇ ਆ। ਮੇਰੇ ਵੀਰ ਉੱਥੇ ਸੀਗੇ, ਉਹਨਾਂ ਨੇ ਪੂਰੀ ਟੋਟਲ ਪੇਮੈਂਟ ਉੱਥੋਂ ਇਕੱਠੀ ਕਰਕੇ ਉਹਨਾਂ ਨੂੰ ਦਿੱਤੀ ਆ। ਜਿਹੜੀ ਮੇਰੇ ਉੱਥੋਂ ਦੇ ਵੀਰ ਮੇਰੇ ਸਾਊਦੀ ਅਰਬ ਦੇ ਵਿੱਚ ਆ, ਉਹਨਾਂ ਨੇ ਟੋਟਲ ਪੇਮੈਂਟ ਇਕੱਠੀ ਕਰਕੇ ਉੱਥੇ ਜਿਹੜੀ ਵਕੀਲ ਨੂੰ ਦਿੱਤੀ ਆ, ਉਹ ਫਿਰ 1 ਮਿਲੀਅਨ ਤੱਕ ਉਹਨਾਂ ਦੇ ਨਾਲ ਸਮਝੌਤਾ ਹੋਇਆ ਹੈਗਾ। ਉਹ ਟੋਟਲ ਜਿੰਨੀ ਵੀ ਪੇਮੈਂਟ ਸੀਗੀ ਮੇਰੀ ਸਾਧ ਸੰਗਤ, ਮੇਰੇ NRI ਵੀਰ, ਮੇਰੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਹਿੰਦੂ ਸਿੱਖ ਮੁਸਲਿਮ ਜਿਹੜੇ ਵੀ ਮੇਰੇ ਵੀਰ ਭਰਾ ਆਪਣੇ ਭਾਰਤੀ, ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹ ਮੇਰੇ ਵੀਰਾਂ ਦਾ, ਮੇਰੀ ਸਾਧ ਸੰਗਤ ਦਾ। ਦੇਖੋ ਇਹ ਬਲਵਿੰਦਰ ਅੱਜ ਇੱਥੇ ਜੇ ਬੋਲ ਰਿਹਾ ਸਿਰਫ ਮੇਰੀ ਸਾਧ ਸੰਗਤ ਦੇ ਕਰਕੇ ਇੱਥੇ ਬੈਠਾ ਬੋਲ ਰਿਹਾ। ਸਾਧ ਸੰਗਤ ਕਰਕੇ ਆ। ਕਿੰਨੀ ਰਕਮ ਜੇ ਗੱਲ ਕਰੀਏ 1 ਮਿਲੀਅਨ ਤੱਕ ਉਹ ਪਾਰਟੀ ਜਿਹੜੀ ਦੂਸਰੀ ਮ੍ਰਿਤਕ ਵਿਅਕਤੀ ਦੇ ਘਰ ਦੇ ਇੱਥੋਂ ਤੱਕ ਆ ਗਏ, 1 ਮਿਲੀਅਨ ਉਹਨਾਂ ਨੂੰ ਚਾਹੀਦਾ। ਪਹਿਲਾਂ ਡਿਮਾਂਡ ਕੀ ਕਰ ਰਹੇ ਸੀ? ਤੁਸੀਂ ਦੱਸ ਰਹੇ ਹੋ ਜਿਵੇਂ ਕਿ 3.5 ਮਿਲੀਅਨ ਰਿਆਲ ਦੀ ਮੰਗ ਕਰ ਰਹੇ ਸੀ ਜਾਂ ਕਿਸੇ ਹੋਰ ਕਰੰਸੀ ਦੀ? 1 ਮਿਲੀਅਨ ਡਾਲਰ ਦੀ ਮੰਗ ਕਰ ਰਹੇ ਸੀਗੇ। ਉਹਦਾ ਬਣਦਾ ਹੈਗਾ 3 ਮਿਲੀਅਨ 37.5 ਲੱਖ ਰਿਆਲ ਬਣਦਾ ਹੈਗਾ ਉੱਥੋਂ ਦਾ। ਹਾਂਜੀ।
ਪੈਸੇ ਦਾ ਅਰੇਂਜਮੈਂਟ ਕਿਸ ਤਰ੍ਹਾਂ ਪੈਸੇ ਦਾ ਅਰੇਂਜਮੈਂਟ ਵੀ ਜਿਵੇਂ ਤੁਹਾਨੂੰ ਦੱਸ ਰਿਹਾ ਮੇਰੇ ਵੀਰ ਪੱਤਰਕਾਰ ਨਾਲ ਜੁੜੇ ਮੇਰੇ ਘਰਦਿਆਂ ਦੇ ਉਹਨਾਂ ਨੇ ਮੇਰੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈ। ਹਰ ਇੱਕ ਮੇਰੇ ਵੀਰ ਨੇ 1 ਰੁਪਏ ਤੋਂ ਲੈ ਕੇ ਲੱਖਾਂ ਤੱਕ ਮੇਰੇ ਅਕਾਊਂਟ ਦੇ ਵਿੱਚ ਉਹਨਾਂ ਨੇ ਪੇਮੈਂਟ ਭੇਜੀ ਆ, ਅਰਦਾਸਾਂ ਕੀਤੀਆਂ, ਦੁਆਵਾਂ ਕੀਤੀਆਂ ਸਾਰੇ ਵੀਰਾਂ ਨੇ, ਤਾਂ ਮੇਰਾ ਇਹ ਮਸਲਾ ਜਿਹੜਾ ਹੱਲ ਹੋਇਆ। 2 ਕਰੋੜ ਦੇ ਕਰੀਬ ਸੁਣਿਆ ਵੀ ਉੱਪਰ ਦੀ ਬਲੱਡ ਮਨੀ ਦਿੱਤੀ ਗਈ ਆ। ਫਿਰ ਤੁਹਾਨੂੰ ਪਿਛਲੇ ਸਾਲ ਇਹ ਅਦਾ ਹੋ ਗਈ ਸੀ ਮਈ ਦੇ ਵਿੱਚ, ਲੇਕਿਨ ਤੁਹਾਨੂੰ ਕਰੀਬ 14-15 ਮਹੀਨੇ ਫਿਰ ਵੀ ਉਹਨਾਂ ਨੇ ਆਪਦੀ ਕੋਲੇ ਰੱਖਿਆ, ਰਿਹਾ ਨਹੀਂ ਕੀਤਾ। ਇਹਦਾ ਵੀਰ ਜੀ ਸਾਡੀ ਅੰਬੈਸੀ, ਸਾਡੀਆਂ ਸਰਕਾਰਾਂ, ਉਹਨਾਂ ਦੀਆਂ ਥੋੜ੍ਹੀ ਲੂਜਿੰਗ ਕਰਕੇ ਮੈਂ ਇੰਨਾ ਟਾਈਮ ਬਹਿ ਕੇ ਆਇਆ ਉੱਥੇ, ਕਿਉਂਕਿ ਉਹਨਾਂ ਨੇ ਇਹੋ ਜਿਹਾ ਕੋਈ ਵੀ ਸਪੋਰਟ ਨਹੀਂ ਕੀਤਾ। ਦੇਖੋ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਸੀਗੇ, ਉਹ ਕਹਿੰਦੇ ਸੀ ਤੁਸੀਂ ਕ੍ਰਿਮੀਨਲ ਕੇਸ ਕੀਤਾ ਹੈਗਾ, ਤੁਸੀਂ ਦੇਖੋ ਹਮ ਲੋਗ ਕਿਆ ਕਰ ਸਕਤੇ ਇਸ ਕੇ ਵਿੱਚ ਮੇ। ਉਦੋਂ ਬਾਅਦ ਜਦੋਂ ਗੱਲਾਂ ਮੇਰੀ ਪੇਮੈਂਟ ਪੂਰੀ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਉੱਥੋਂ ਫੋਨ ਕਰਨੇ ਸਟਾਰਟ ਕੀਤੇ ਵੀ ਦੇਖੋ ਤੁਸੀਂ ਕਿਆ ਸਮਝੌਤਾ ਕਰੋ, ਇੰਨੀ ਪੇਮੈਂਟ ਵੀ ਹੋ ਗਈ ਆ। ਮੈਨੂੰ 1 ਸਾਲ 4-5 ਮਹੀਨੇ ਇੱਥੇ ਹੋ ਗਏ ਨੇ, ਅਤੇ ਉੱਥੇ ਅੰਬੈਸੀ ਦੇ ਵਿੱਚੋਂ ਕੀ ਆਵਾਜ਼ ਆਉਂਦੀ ਸੀਗੀ, ਜਿਹੜੇ ਉੱਤੇ ਸਾਡੇ ਇੱਥੇ ਅਫਸਰ ਬੈਠੇ ਨੇ ਦਿੱਲੀ ਦੇ ਵਿੱਚ ਵਿਦੇਸ਼ ਮੰਤਰਾਲਿਆ ਦੇ ਵਿੱਚ, ਉਹਨਾਂ ਵੱਲੋਂ ਕੋਈ ਵੀ ਸਪੋਰਟ ਨਹੀਂ ਮਿਲ ਰਹੀ ਸੀਗੀ, ਕਿਸੇ ਚੀਜ਼ ਦੀ ਸਪੋਰਟ ਨਹੀਂ ਮਿਲ ਰਹੀ ਸੀਗੀ। ਅਤੇ ਉਹ ਜਦੋਂ ਵੀ ਫੋਨ ਕਹਿੰਦਾ ਸੀ ਉਹਨਾਂ ਨੂੰ ਜੇਲ੍ਹ 'ਚ ਆ ਕੇ ਮਿਲ ਜਾਂਦੇ ਸੀਗੇ, ਜੇਲ੍ਹ 'ਚ ਆ ਕੇ ਕਹਿੰਦੇ ਸੀਗੇ हाँ हम लोग बात कर रहे हैं आपको जल्दी बताएंगे, यानी 2 दिन का टाइम देकर 1 साल 4-5 महीना मैं उधर रह कर आया हूँ। 2 ਦਿਨ ਥੋੜ੍ਹਾ ਸਮਾਂ ਕਹਿ ਕੇ ਯਾਨੀ ਕਿ 1.5 ਕਰੀਬ ਤੁਸੀਂ ਉੱਥੇ ਰਹਿ ਕੇ ਆਏ ਹੋ, ਲੇਕਿਨ ਉਸ ਸਮੇਂ ਦੌਰਾਨ ਇੰਡੀਆ ਦੇ ਵਿੱਚ ਜਾਂ ਉਹ ਸਰਕਾਰਾਂ ਦੇ ਨਾਲ ਤੁਸੀਂ ਟਾਈ ਅਪ ਕੀਤਾ ਵੀ ਮੈਨੂੰ ਰਿਹਾ ਕਰਾਇਆ ਜਾਵੇ, ਮੇਰੀ ਕੋਈ ਗਲਤੀ ਨਹੀਂ ਜਾਂ ਮੈਨੂੰ ਇਹ ਕੇਸ 'ਚ ਫਸਾਇਆ ਗਿਆ? ਵੀਰ ਜੀ ਬਹੁਤ ਜ਼ਿਆਦਾ ਕੀਤਾ। ਇੱਥੋਂ ਮੇਰੇ ਪਰਿਵਾਰ ਨੇ, ਮੇਰੇ ਰਿਸ਼ਤੇਦਾਰਾਂ ਨੇ, ਮੇਰੇ ਵੀਰ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਸ ਟਾਈਮ ਦੇ ਮੇਰੇ ਲਿੰਕ ਦੇ ਵਿੱਚ ਜੁੜੇ ਸੀਗੇ, ਸਾਰੇ ਵੀਰ ਭਰਾ ਮੇਰੇ ਵਾਸਤੇ ਸਰਕਾਰਾਂ ਤੱਕ ਪਹੁੰਚੇ ਨੇ। ਸਰਕਾਰਾਂ ਇੱਥੋਂ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਲੈਟਰ ਭੇਜ ਰਹੇ ਹਾਂ, ਪਰ ਇਹ ਪਤਾ ਨਹੀਂ ਲੈਟਰ ਭੇਜਦੇ ਸੀਗੇ ਗਏ ਆ ਕਿ ਨਹੀਂ ਗਏ ਆ। ਅਤੇ ਦੇਖੋ ਮੈਂ ਪੈਸਾ ਭਰਨ ਤੋਂ ਬਾਅਦ ਵੀ ਕਿੰਨਾ ਟਾਈਮ ਉੱਥੇ ਬੈਠ ਕੇ ਆਇਆ ਜੀ। ਜਿਹੜੇ ਪੰਜਾਬੀ ਨੌਜਵਾਨ ਆ ਨਾ, ਉਹਨਾਂ ਦਾ ਕੀ ਹਾਲਾਤ ਹੈ? ਕਿ ਉਹ ਵੀ ਉੱਥੇ ਤੁਹਾਡੇ ਨਾਲ ਸੀਗੇ? ਤੁਹਾਨੂੰ ਕਿਸ ਤਰ੍ਹਾਂ ਰਹੇ? ਹੈ ਕੋਈ ਉੱਥੇ ਜੇਲ੍ਹ ਦੇ ਵਿੱਚ? ਉੱਥੇ ਵੀਰ ਜੀ ਮੇਰੇ ਨਾਲ 2 ਮੁੰਡੇ ਸੀ ਜਿਨ੍ਹਾਂ ਦੇ ਸਿਰ ਕਲਮ ਹੋਇਆ ਪਹਿਲਾਂ, ਉਦੋਂ ਬਾਅਦ ਹੁਣ 2 ਮੁੰਡੇ ਜਿਹੜੇ ਨਵੇਂ ਪੰਜਾਬੀ ਆਏ ਨੇ ਉਹ ਵੀ ਮੇਰੇ ਵਾਂਗ ਕਤਲ ਦੇ ਕੇਸ 'ਚ ਆਏ ਨੇ, ਪਰ ਉਹਨਾਂ ਦੇ ਉੱਤੇ ਹਜੇ ਤੱਕ ਕੋਈ ਦੋਸ਼ ਸਾਬਤ ਨਹੀਂ ਹੋਇਆ ਹੈਗਾ। ਉਹਨਾਂ ਨੂੰ ਕੋਈ ਟਾਈਮ ਲੱਗ ਜਾਣਾ 5-6 ਮਹੀਨਾ। ਸੰਗਰੂਰ ਜ਼ਿਲ੍ਹੇ ਦੇ ਵਿੱਚ ਦੇ ਉਹ ਮੇਰੇ ਵੀਰ ਪਟਿਆਲਾ ਸੰਗਰੂਰ ਜ਼ਿਲ੍ਹੇ ਦੇ ਯਾਨੀ ਵਿਚਕਾਰ ਦੇ ਨੇ ਦੋਨੇ, ਇੱਕ ਅੰਕਲ ਜੀ ਨੇ ਅਤੇ ਇੱਕ ਛੋਟੇ ਆ, ਅਤੇ ਬਾਕੀ ਇਹ ਹੈਗੇ ਛੋਟੇ ਕੇਸਾਂ ਦੇ ਵਿੱਚ ਬਹੁਤ ਪੰਜਾਬੀ ਆ, ਉਹਨਾਂ ਨਾਲ ਗੱਲਬਾਤ ਹੁੰਦੀ ਆ। ਕਈ ਮੇਰੇ ਵੀਰ ਗੁਰਸਿੱਖ ਉੱਥੇ ਜਾਂਦੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਕੇਸ ਕਤਲ ਕੀਤੇ ਜਾਂਦੇ ਨੇ। ਉਹ ਜੇ ਨਹੀਂ ਕੇਸ ਕਤਲ ਕਰਦੇ ਤਾਂ 7-8 ਸੁਰਤੇ ਜਿਹੜੇ ਉਹ ਫੜਦੇ ਆ, ਉਹਨਾਂ ਦੇ ਹੱਥ ਖੜੀ ਲਾ ਕੇ ਉਹਨਾਂ ਦੇ ਕੇਸ ਉੱਥੇ ਕਤਲ ਕਰਦੇ ਨੇ। ਉਹ ਕਹਿੰਦੇ ਸਾਡਾ ਕਾਨੂੰਨ ਆ ਇੱਥੋਂ ਦਾ। ਮੇਰੀ ਇਹੀ ਡਿਮਾਂਡ ਕੀਤੀ ਜਾਊ ਸਰਕਾਰਾਂ ਨੂੰ, ਜੇ ਤੁਸੀਂ ਕੁਛ ਨਹੀਂ ਕਰ ਸਕਦੇਗੇ ਇੰਨਾ ਕੁ ਪੇਪਰ ਬਣਾ ਕੇ ਉੱਥੇ ਦੇਣ ਵੀ ਜਿਹੜਾ ਵੀ ਸਰਦਾਰ ਜੇਲ੍ਹ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਜਾਂਦਾ ਹੈਗਾ ਉਹਨਾਂ ਦੇ ਕਤਲ ਕੇਸ ਨਾ ਕੀਤੇ ਜਾਣ। ਅਤੇ ਬਾਕੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਥੋੜ੍ਹਾ ਜਿਹਾ ਤੁਸੀਂ ਵੋਟਾਂ ਵੇਲੇ ਸਾਨੂੰ ਚੇਤੇ ਕਰਦੇ ਹੋ, ਅਤੇ ਜਿਹੜੇ ਵੀਰ ਇੰਨੇ ਕੁ ਉੱਥੇ ਜੇਲ੍ਹਾਂ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੇ ਕੁਛ ਕੀਤਾ ਵੀ ਨਹੀਂ, ਜਾਂ ਤਾਂ ਉਹਨਾਂ ਵਾਸਤੇ ਉੱਥੇ ਕੋਈ ਵਕੀਲ ਕਰਕੇ ਦੇਣ, ਜਾਂ ਅੰਬੈਸੀ ਨੂੰ ਥੋੜ੍ਹਾ ਟਾਈਟ ਕਰਨ, ਜਾ ਕੇ ਉਹਨਾਂ ਨੂੰ ਦੇਖਣ, ਉਹਨਾਂ ਨੂੰ ਮਿਲ ਕੇ ਆਉਣ। ਜਾ ਕੇ ਉਹਨਾਂ ਨੂੰ ਕਦੇ ਅਸੀਂ ਮਿਲਣ ਵਾਸਤੇ ਬੁਲਾਉਂਦੇ ਆ, ਉਹ ਕਹਿੰਦੇ ਸਾਨੂੰ ਅੰਦਰ ਨਹੀਂ ਆਉਣ ਦਿੱਤਾ ਹੈਗਾ। ਇਹ ਹੋ ਸਕਦਾ ਵੀ ਕੋਈ ਅੰਬੈਸੀ ਜਾ ਕੇ ਆਪਣੇ NRA ਇਹਨੂੰ ਨਹੀਂ ਮਿਲ ਸਕਦੀ? ਇਹ ਸੁਣਿਆ ਕਦੇ ਤੁਸੀਂ? ਅੰਬੈਸੀ ਉੱਥੇ ਕਿਉਂ ਖੋਲ੍ਹੀ ਗਈ ਆ? ਅੰਬੈਸੀ ਦਾ ਮਤਲਬ ਕੀ ਆ? ਅੰਬੈਸੀ ਇੱਕ ਹਿਸਾਬ ਦੀ ਸਾਡੀ ਮਾਂ ਆ, ਉੱਥੇ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਸਿਰ 'ਤੇ ਆ। ਵੱਡੇ ਅਫਸਰ ਉੱਥੇ ਕੰਮ ਕਰ ਰਹੇ ਨੇ, ਜਿਹੜੇ ਲਾਅ ਦੇ ਵਿੱਚ ਇੱਥੇ ਸਾਡਾ ਰਾਓ ਦੇ ਵਿੱਚ ਕੰਮ ਕਰ ਰਹੇ ਨਾ, ਉਹ ਅਫਸਰ ਉੱਥੇ ਜਾਂਦੇ ਨੇ, ਅਤੇ ਸਾਨੂੰ ਉਹਨਾਂ ਤੋਂ ਬੈਨੀਫਿਟ ਕੋਈ ਵੀ ਨਹੀਂ ਮਿਲ ਰਿਹਾ ਹੈਗਾ। ਦੇਖੋ ਉੱਥੇ ਇਹੋ ਜਿਹੇ ਬੰਦੇ ਪਏ ਨੇ ਕਤਲ ਦੇ ਕੇਸ ਦੇ ਵਿੱਚ ਸਾਡੇ ਭਾਰਤੀ, ਜਿਨ੍ਹਾਂ ਨੂੰ 18 ਸਾਲ ਹੋ ਗਏ ਨੇ ਉੱਥੇ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਹ ਜੇ ਦੇਖੋ ਮੈਂ ਪੰਜਾਬ ਦੇ ਵਿੱਚ ਨਾ ਜੰਮਿਆ ਹੁੰਦਾ ਸ਼ਾਇਦ ਮੈਂ ਵੀ ਅੱਜ ਉੱਥੇ ਬੈਠਾ ਰਹਿਣਾ ਸੀਗਾ। ਕਿੰਨਾ ਟਾਈਮ ਲਾ ਕੇ ਆਉਣਾ ਸੀਗਾ? 18 ਸਾਲ ਉੱਥੇ ਕੇਰਲਾ ਦਾ ਇੱਕ ਰਹੀਮ ਬੈਠਾ ਹੈਗਾ, ਉਹਨੂੰ 18 ਸਾਲ ਪੂਰੇ ਹੋ ਗਏ ਨੇ, ਹਜੇ ਤੱਕ ਉਹਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਹਦਾ ਸਿਰ ਕਲਮ ਦਾ ਹੁਕਮ ਦਿੱਤਾ ਹੋਇਆ ਹੈਗਾ, ਉਹ ਬਸ ਉੱਥੇ ਵਕੀਲ
ਪਟੀਸ਼ਨਾਂ ਲਾ ਦਿੰਦੇ ਨੇਗੇ ਤੇ ਉਹਨੂੰ ਬਿਠਾ ਕੇ ਰੱਖਿਆ ਹੋਇਆ। ਯਾਨੀ ਇੱਕ ਬੰਦਾ 18 ਸਾਲ ਜੇਲ੍ਹ ਦੇ ਵਿੱਚ, ਦੇਖਿਆ ਤੁਸੀਂ ਕਾਨੂੰਨ ਉਹ ਬੈਠ ਕੇ ਆਊਗਾ, ਉਹ ਵੀ ਬਾਹਰ ਦੀ ਜੇਲ੍ਹ ਦੇ, ਦੇਖੋ ਜੀ ਉੱਥੇ ਬੈਠੇ ਉਹਦੇ ਦਿਲ ਦੇ ਉੱਤੇ ਕੀ ਬੀਤਦੀ ਹੋਣੀ ਹੈ। ਇਹ ਖਬਰਾਂ ਸਰਕਾਰਾਂ ਤੱਕ ਬਹੁਤ ਪਹੁੰਚਾਈਆਂ ਪਰ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਜੀ। ਲੰਮਾ ਸਮਾਂ 10 ਸਾਲ ਦਾ ਇੱਕ ਦਹਾਕਾ ਹੀ ਹੋ ਜਾਂਦਾ ਹੈ। ਮਗਰੋਂ ਪਿਤਾ ਵੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ, ਚਲੇ ਜਾਂਦੇ ਨੇ ਆਪਣੇ ਪੁੱਤਰ ਦੀ ਯਾਦ ਦੇ ਵਿੱਚ। ਥੋੜਾ ਸਮਾਂ ਹੋਇਆ ਤੁਹਾਡੀ ਮਦਰ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ, ਕਿਵੇਂ ਦੇਖਦੇ? ਵੀਰ ਜੀ ਦੇਖੋ, ਇਹ ਇੱਕ ਜ਼ਿੰਦਗੀ ਦੀ ਘਾਟ ਆ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ, ਦੇਖੋ ਜਨਮ ਕਹਿੰਦੇ ਆ ਮਾਂ ਬਾਪ ਦਾ ਕਰਜ਼ਾ ਅਸੀਂ ਕਦੇ ਵੀ ਨਹੀਂ ਦੇ ਸਕਦੇ ਗੇ। ਬਾਕੀ ਜਿਹੜਾ ਮੇਰੇ ਮਾਲਕ ਨੇ ਜਿੰਨੀ ਕੁ ਉਹਨਾਂ ਦੀ ਉਮਰ ਲਿਖੀ ਆ ਉਹ ਉਹਨਾਂ ਨੇ ਭੁਗਤਣੀ ਸੀਗੀ। ਦੇਖੋ ਜਿੰਨਾ ਕੁ ਉਹਨਾਂ ਦਾ ਖਾਣਾ ਪਾਣੀ ਦੁਨੀਆ ਦੇ ਵਿੱਚ ਸੀਗਾ ਉਹ ਖਾਣਾ ਸੀਗਾ ਅਤੇ ਦੁਨੀਆ ਦੇ ਵਿੱਚ ਵੀਰ ਜੀ ਉਹਨਾਂ ਨੇ ਜਾਣਾ ਸੀਗਾ। ਇਹ ਬਹੁਤ ਵੱਡਾ ਘਾਟਾ ਹੈ। ਮੈਨੂੰ ਇਹ ਗੱਲ ਦਾ ਬਹੁਤ ਦੁੱਖ ਹੁੰਦਾ ਹੈਗਾ ਵੀ ਮੈਂ ਦੇਖੋ ਆਪਦੇ ਮਾਂ ਬਾਪ ਦੀ ਸੇਵਾ ਨਹੀਂ ਕਰ ਸਕਿਆ ਹੈਗਾ। ਮੈਂ ਕਿਸ ਮਕਸਦ ਵਾਸਤੇ ਉੱਥੇ ਗਿਆ ਸੀਗਾ, ਮੇਰਾ ਕੋਈ ਪੈਸੇ ਦਾ ਮਕਸਦ ਨਹੀਂ। ਮੇਰੇ ਦਿਲ ਦੇ ਵਿੱਚ ਵੀ ਉਮੀਦਾਂ ਸੀਗੀਆਂ ਮੈਂ ਆਪਣੇ ਮਾਂ ਬਾਪ ਦੀ ਸੇਵਾ ਕਰਾਂ, ਬਸ ਮੈਥੋਂ ਮੇਰੇ ਮਾਂ ਬਾਪ ਦੀ ਸੇਵਾ ਨਹੀਂ ਹੋਈ। ਉਹਨਾਂ ਨੂੰ ਦੇਖਦਾ ਹੁਣ ਬਸ ਮੇਰੇ ਦਿਲ ਦੇ ਵਿੱਚ ਇਹੀ ਉਮੀਦ ਆ ਮੈਂ ਉਹ ਆਪਣੇ ਪੰਜਾਬ ਦੀ ਸੇਵਾ ਕਰਾਂ ਅਤੇ ਕੱਲ੍ਹ ਕੋਈ ਬੰਦਾ ਮੈਨੂੰ ਦੇਂਦਾ ਤਾਂ ਉਹ ਮੈਨੂੰ ਕਹੇ ਹਾਂ ਇਹ ਉਹਨਾਂ ਦਾ ਪੁੱਤਰ ਜੰਮਿਆ ਹੋਇਆ ਹੈਗਾ। ਉਹਨਾਂ ਦੀ ਸ਼ਾਂਤੀ ਨੂੰ, ਆਤਮਾ ਨੂੰ ਸ਼ਾਂਤੀ ਮਿਲੇ। ਵਾਪਸ ਆਏ ਹੋ, ਕਿਸ ਤਰ੍ਹਾਂ ਲੱਗ ਰਿਹਾ? ਧਰਤੀ ਬਹੁਤ ਬਹੁਤ ਵੀਰ ਜੀ ਖੁਸ਼ੀ ਮਹਿਸੂਸ ਹੋ ਰਹੀ ਆ। ਪਰ ਮੇਰਾ ਜਦੋਂ ਮਾਂ ਬਾਪ ਦਾ ਮੇਰੇ ਗੱਲ ਆਉਂਦੀ, ਮੇਰੇ ਸਾਹਮਣੇ ਆਉਂਦੀ ਆ, ਮੈਨੂੰ ਬੜਾ ਕੁ ਦੁੱਖ ਲੱਗਦਾ ਹੈਗਾ। ਮੈਨੂੰ ਇਹ ਹੁੰਦਾ ਦੇਖੋ ਮੈਂ ਕਿਹਾ ਹੋਇਆ ਮੰਦੇ ਭਾਗਾਂ ਵਾਲਾ ਗਾ ਪੁੱਤਰਾਂ ਜਿਹਨੇ ਆਪਣੇ ਮਾਂ ਬਾਪ ਦੀ ਅਰਥੀ ਨੂੰ ਕੰਧਾ ਵੀ ਨਹੀਂ ਦਿੱਤਾ ਹੈਗਾ। ਸਾਡੇ ਨਾਲ ਬਲਵਿੰਦਰ ਦੇ ਜੇ ਗੱਲ ਕਰਾਂ ਤਾਂ ਕਜ਼ਨ ਮੌਜੂਦ ਨੇ, ਜੋਗਿੰਦਰ ਸਿੰਘ। ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੋਗਿੰਦਰ, ਇੱਥੋਂ ਤੁਸੀਂ ਪੈਰਵਾਈ ਕਰ ਰਹੇ ਸੀ ਜਦੋਂ ਹੁਕਮ ਹੋਏ ਕਿ ਬਲਵਿੰਦਰ ਦਾ ਸਾਰ ਕਲਮ ਕਰ ਦਿੱਤਾ ਜਾਵੇ, ਨਾਲ ਬਲੱਡ ਮਨੀ ਹੈ ਉਹ ਜੋ ਉੱਥੋਂ ਦੀ ਰਿਆਲ ਹੈ 10 ਲੱਖ ਦੇ ਕਰੀਬ ਸੁਣਿਆ ਵੀ ਰਿਆਲ ਸੀਗਾ, ਬਲੱਡ ਮਨੀ ਦੇ ਵਿੱਚ ਦੇਣਾ ਸੀ ਜੋ ਬੰਦਾ ਮਰ ਗਿਆ ਉਹਦੀ ਫੈਮਿਲੀ ਨੂੰ। ਇੱਥੋਂ ਪੈਰਵਾਈ ਕਿਵੇਂ ਸ਼ੁਰੂ ਹੋਈ? ਇੱਥੋਂ ਬਲਵਿੰਦਰ ਦਾ ਘਰੇ ਫੋਨ ਆਉਂਦਾ ਕਿ ਐਂ ਕਰਕੇ ਵੀ ਮੈਨੂੰ ਜਿਹੜੀ ਸਜ਼ਾ ਸੀਗੀ ਮੇਰੀ ਪੂਰੀ ਹੋ ਚੁੱਕੀ ਹੈ ਅਤੇ ਉਹਨਾਂ ਨੇ ਕਿਹਾ ਕਿ 2 ਕਰੋੜ ਰੁਪਈਆ ਇੰਡੀਆ ਦੀ ਬਲੱਡ ਮਨੀ ਦਿਓ, ਨਹੀਂ ਤਾਂ ਤੁਹਾਡਾ ਸਿਰ ਕਲਮ ਕੀਤਾ ਜਾਊਗਾ। ਤਾਂ ਜਦੋਂ ਸਾਨੂੰ ਇਹ ਖਬਰ ਸੁਣਦੀ ਹੈ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਫੈਲ ਜਾਂਦਾ ਇਸ ਖਬਰ ਦਾ ਕਿ 2 ਕਰੋੜ ਰੁਪਈਆ ਬਹੁਤ ਵੱਡੀ ਰਾਸ਼ੀ ਸੀਗੀ ਅਤੇ ਪਰਿਵਾਰਕ ਕੰਡੀਸ਼ਨ ਠੀਕ ਨਹੀਂ ਸੀ ਅਤੇ ਪਰਿਵਾਰਕ ਇਹ 2 ਕਰੋੜ ਰੁਪਈਆ ਨਹੀਂ ਭਰ ਸਕਦਾ ਸੀ। ਕਿਤੇ ਨਾ ਕਿਤੇ ਉਦੋਂ ਸਾਨੂੰ ਲੱਗਿਆ ਕਿ ਅਸੀਂ 2 ਕਰੋੜ ਰੁਪਈਆ ਨਹੀਂ ਦੇ ਸਕਣਾ ਅਤੇ ਵੀ ਬਲਵਿੰਦਰ ਦਾ ਸਿਰ ਕਲਮ ਕੀਤਾ ਜਾਊਗਾ। ਹੁਣ ਤਾਂ ਉੱਥੇ ਬਲਵਿੰਦਰ ਵਾਪਸ ਨਹੀਂ ਆਉਣਾ ਅਤੇ ਮਾਤਾ ਨੇ ਵਿਚਾਰੀ ਨੇ ਕਰਲਾ ਕੇ ਇਹ ਗੱਲ ਫਿਰ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਚੱਲੀ ਕਿ ਇੱਕ ਵਾਰੀ ਬਲਵਿੰਦਰ ਆ ਕੇ ਮੇਰੇ ਸੀਨੇ ਨਾਲ ਲੱਗ ਜੇ ਅਤੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਹਾਂਜੀ, ਮੀਡੀਆ ਦੇ ਉੱਪਰ ਜੇ ਕਹਿੰਦੇ ਸੋਸ਼ਲ ਮੀਡੀਆ ਦੇ ਉੱਪਰ ਮਾਤਾ ਵੀ ਕਰਲਾਉਂਦੇ ਰਹੇ ਆ ਵੀ ਉਹਨਾਂ ਦੀ ਪੁੱਤਰ ਦੀ ਹੈਲਪ ਕੀਤੀ ਜਾਵੇ। ਸਰਕਾਰ ਕੋਲੇ ਪਹੁੰਚ ਕੀਤੀ ਇਸ ਮਸਲੇ ਨੂੰ ਲੈ ਕੇ ਵੀ ਤੁਹਾਡਾ ਬੱਚਾ ਸਾਊਦੀਆ ਦੇ ਵਿੱਚ ਫਸਿਆ ਵੀ ਉਸ ਨੂੰ ਛੁਡਾਇਆ ਜਾਵੇ? ਸਰਕਾਰ ਕੋਲੇ ਕਾਫੀ ਵਾਰ ਅਸੀਂ ਗਏ ਹਾਂ ਪਰ ਸਰਕਾਰ ਤੋਂ ਸਾਨੂੰ 0 ਰਿਸਪੌਂਸ ਹੀ ਰਿਹਾ ਜੀ। ਕਿਉਂਕਿ ਜਦੋਂ ਵੀ ਅਸੀਂ ਜਾਂਦੇ ਸਾਂ ਕਹਿੰਦੇ ਸੀਗੇ ਤੁਹਾਡਾ ਮਤਲਬ ਕਿ ਪੇਪਰ ਅੱਗੇ ਭੇਜਿਆ ਹੋਇਆ ਗਾ, ਉਹਦਾ ਜਵਾਬ ਆਊਗਾ। ਜਵਾਬ ਤਾਂ ਕੀ ਆਉਣਾ ਸੀ, ਉਹਨਾਂ ਵੱਲੋਂ ਇੱਕ ਵਾਰੀ ਸਾਨੂੰ ਫੋਨ ਵੀ ਨਹੀਂ ਕਰਕੇ ਪੁੱਛਿਆ ਗਿਆ ਕਿ ਵੀ ਕੀ ਮਸਲਾ ਬਣਿਆ, ਕਿੱਥੇ ਕੁ ਗੱਲ ਪਹੁੰਚੀ ਹੈ। ਕੋਈ ਸਾਨੂੰ ਮਤਲਬ ਰਿਸਪੌਂਸ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ। ਇਹ ਤਾਂ ਆਪਣੇ ਜੋ ਮਤਲਬ ਕਿ ਪ੍ਰੈਸ ਰਿਪੋਰਟਰ ਵੀਰਾਂ ਦੀ ਮਦਦ ਨਾਲ ਅਤੇ ਸਾਰੇ NRI ਵੀਰ ਦੇਸ਼ ਵਾਸੀਆਂ ਦੀ ਮਦਦ ਨਾਲ ਜੋ ਪੇਮੈਂਟ ਇਕੱਠੀ ਕੀਤੀ ਹੈ ਅਤੇ ਸਰਕਾਰ ਵੱਲੋਂ ਬਾਅਦ ਵਿੱਚ ਜਦੋਂ ਐਂਡ 'ਤੇ ਗੱਲ ਆ ਜਾਂਦੀ ਹੈ ਅਤੇ 14 ਲੱਖ ਰੁਪਈਆ ਕੱਟਦਾ ਸੀ, ਉਦੋਂ ਅਸੀਂ DC ਦੇ ਪੇਸ਼ ਹੁੰਦੇ ਹਾਂ ਅਤੇ ਉਦੋਂ ਪੰਜਾਬ ਸਰਕਾਰ ਵੱਲੋਂ 14 ਲੱਖ ਰੁਪਏ ਦੀ ਮਦਦ ਕੀਤੀ ਗਈ ਆ। ਅਤੇ ਉਸ ਤੋਂ ਬਾਅਦ ਬਲੱਡ ਮਨੀ ਦੇਣ ਤੋਂ ਬਾਅਦ 14 ਮਹੀਨੇ ਬਲਵਿੰਦਰ ਸਿੰਘ ਉੱਥੇ ਬੈਠਾ ਰਿਹਾ। ਜਦੋਂ ਕੇਸ ਇਹ ਕਲੀਅਰ ਹੋ ਗਿਆ ਸੀ ਤਾਂ ਉਹ ਕਹਿੰਦੇ ਸੀ ਵੀ ਹਫ਼ਤਾ 10 ਦਿਨ ਦਾ ਜੋ ਪ੍ਰੋਸੈਸ ਆ ਪੇਪਰ ਵਰਕ ਦਾ ਕਿ ਬਲਵਿੰਦਰ ਛੇਤੀ ਤੋਂ ਛੇਤੀ ਇੱਥੇ ਇੰਡੀਆ ਆ ਜਾਊਗਾ। ਅਤੇ ਪਰ ਉਸ ਤੋਂ ਬਾਅਦ ਵੀ 14 ਮਹੀਨੇ ਬਲਵਿੰਦਰ ਉੱਥੇ ਜੇਲ੍ਹ 'ਚ ਬੈਠਾ ਰਿਹਾ।
ਉਸ ਤੋਂ ਬਾਅਦ ਵੀ ਅਸੀਂ ਸਰਕਾਰ ਕੋਲੇ ਗੇੜੇ ਲਾਏ ਵੀ ਹੁਣ ਤਾਂ ਮਤਲਬ ਕਿ ਬਲੱਡ ਮਨੀ ਵੀ ਪੇ ਕਰ ਚੁੱਕੇ ਹਾਂ, ਸਾਡੀ ਪੇਪਰ ਵਰਕ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ। ਅੰਬੈਸੀਆਂ ਉੱਥੋਂ ਦੀਆਂ ਸਾਡੀ ਗੱਲ ਨਹੀਂ ਸੁਣਦੀਆਂ, ਉੱਥੇ ਬਲਵਿੰਦਰ ਜੇਲ੍ਹ ਦੇ ਵਿੱਚ ਮਤਲਬ ਕਿ ਬੈਠਾ ਕੁਛ ਕਰ ਨਹੀਂ ਸਕਦਾ, ਇੱਥੋਂ ਅਸੀਂ ਦਰਾਂ ਦੀਆਂ ਠੋਕਰਾਂ ਖਾ ਰਹੇ ਹਾਂ, ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ। ਤਾਂ ਮਤਲਬ ਕਿ ਸਰਕਾਰ ਵੱਲੋਂ ਰਿਸਪੌਂਸ ਜ਼ੀਰੋ ਹੀ ਰਿਹਾ ਜੀ। ਸਰਕਾਰ ਵੱਲੋਂ ਰਿਸਪੌਂਸ ਜ਼ੀਰੋ ਰਿਹਾ। ਲੇਕਿਨ ਜੇ ਗੱਲ ਕਰੀਏ ਤਾਂ ਬਲਵਿੰਦਰ ਦੇ ਮਾਤਾ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਜੋ ਸਾਊਦੀ ਦੀ ਜੇਲ੍ਹ ਦੇ ਵਿੱਚ ਬੰਦ ਸੀ, ਉਸ ਨੂੰ ਛੁਡਾਉਣ ਦੇ ਲਈ ਲੋਕਾਂ ਦੇ ਹਾੜੇ ਕੱਢਦੀ ਰਹੀ ਹੈ। ਸੋਸ਼ਲ ਮੀਡੀਆ ਦੇ ਉੱਪਰ ਵੀ ਆਪਣੀ ਮਦਦ ਦੇ ਲਈ ਗੁਹਾਰ ਲਗਾਈ ਸੀ, ਲੇਕਿਨ ਕਿਸੇ ਨੇ ਬਾਹ ਨਹੀਂ, ਸਰਕਾਰੀ ਦਰਬਾਰੇ ਨੇ ਬਾਹ ਨਹੀਂ ਫੜੀ। ਤੇ ਜੋ ਆਮ ਲੋਕ ਨੇ, ਪੰਜਾਬ ਦੇ ਹੋਣ ਚਾਹੇ NRI ਵੀਰ ਹੋਣ ਜਾਂ ਫਿਰ ਹੋਰ ਸਟੇਟਾਂ ਦੇ ਵਿੱਚੋਂ ਲੋਕਾਂ ਨੇ ਜੋ ਇਸ ਪਰਿਵਾਰ ਦੀ ਮਦਦ ਕੀਤੀ ਹੈ, ਤੇ ਜਿਸ ਦਾ ਸਿੱਟਾ ਹੈ ਕਿ ਅੱਜ ਉਸ ਦੀ ਬਲਵਿੰਦਰ ਸਿੰਘ ਸਾਡੇ ਨਾਲ ਬੈਠਾ ਹੈ। ਆਪਣੀ ਜੋ ਗੱਲ ਉੱਥੋਂ ਸਜ਼ਾ ਪੂਰੀ ਹੋਣ ਦੇ ਬਾਵਜੂਦ ਹੀ, ਬਲੱਡ ਮਨੀ ਹੋਣ ਦੇ ਦੇਣ ਦੇ ਬਾਵਜੂਦ ਵੀ ਵਾਪਸ ਇੰਡੀਆ ਦੇ ਵਿੱਚ ਪਹੁੰਚਿਆ। ਤੇ ਬਲਵਿੰਦਰ ਨਾਲ ਆਖਰੀ ਸਵਾਲ ਗੱਲ ਕਰਦੇ ਹਾਂ। ਬਲਵਿੰਦਰ, ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਵਿਦੇਸ਼ਾਂ ਦੇ ਹੋੜ ਦੇ ਵਿੱਚ ਲੱਗੇ ਹੋਏ ਨੇ, ਬਾਹਰ ਜਾਣ ਦੇ ਚਾਹਵਾਨ ਨੇ ਵੀ ਬਾਹਰ ਜਾ ਕੇ ਕੰਮ ਕਰਨਾ ਹੈ, ਚਾਹੇ ਇੰਡੀਆ ਦੇ ਵਿੱਚ ਕੰਮ ਹੈ ਚਾਹੇ ਨਹੀਂ? ਵੀਰ ਜੀ, ਉਹਨਾਂ ਨੂੰ ਤੋਂ ਪਹਿਲਾਂ ਤਾਂ ਮੈਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਵੀ ਹਰ ਇੱਕ ਪੰਜਾਬ ਦੀ ਸਟੇਟ ਤੋਂ ਬਾਹਰ ਜਿੰਨੇ ਤੁਸੀਂ ਮਰਜ਼ੀ ਸਟੇਟਾਂ ਦੇਖੋ, ਕਿੰਨੇ ਵੱਡੇ ਵੱਡੇ ਪ੍ਰੋਜੈਕਟ ਲੱਗ ਰਹੇ ਨੇਗੇ। ਪੰਜਾਬ ਸਰਕਾਰ ਇੱਥੇ ਕਿਉਂ ਨਹੀਂ ਪ੍ਰੋਜੈਕਟ ਲੈ ਕੇ ਆ ਰਹੀ? ਪੰਜਾਬ ਸਰਕਾਰ ਇੱਥੇ ਪ੍ਰੋਜੈਕਟ ਲੈ ਕੇ ਆਵੇ, ਜਿੰਨਾ ਕਿ ਮੇਰੇ ਨੌਜਵਾਨ ਵੀਰ ਬਾਹਰ ਜਾ ਕੇ ਅਸੀਂ ਪੈਸਾ ਕਮਾਉਂਦੇ ਹਾਂ, ਉਹਨਾਂ ਤਾਂ ਇੱਥੇ ਅਸੀਂ ਕਮਾ ਸਕਦੇ ਹਾਂ। ਅਤੇ ਵੀਰਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹੈਗਾ, ਪੰਜਾਬ ਤੋਂ ਬਾਹਰ ਜਾਣ ਨਾਲੋਂ ਕੰਮ ਕਾਰ ਇੱਥੇ ਕਰੋ, ਜੋ ਵੀ ਮਿਲਦਾ ਹੈਗਾ। ਦੇਖੋ, ਅਣਚੋਪੜੀ ਰੋਟੀ ਖਾ ਲਓ ਵੀਰ ਮੇਰੇ, ਘਿਓ ਦਾ ਕੋਈ ਲਾਲਚ ਨਾ ਕਰੋ, ਆਪਣੇ ਮੁਲਕ ਦੇ ਵਿੱਚ ਰਹੋ, ਸਿੱਖੀ ਗੁਰਬਾਣੀ ਦੇ ਵਿੱਚ ਵਾਪਸ ਆਓ, ਅੰਮ੍ਰਿਤ ਛਕੋ। ਮਹਾਰਾਜ ਨੇ ਤੁਹਾਡੇ ਰਾਸਤੇ ਸਭ ਕੁਝ ਇੱਥੇ ਬਣਾ ਕੇ ਦੇ ਦੇਣਾ। ਬਲਵਿੰਦਰ ਦਾ ਇਹੀ ਕਹਿਣਾ ਵੀ ਇੱਥੇ ਰਹਿ ਕੇ ਆਪਣੇ ਜੋ ਨੌਜਵਾਨ ਵੀਰ ਨੇ ਜੋ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਕਾਹਲੇ ਨੇ, ਆਪਣਾ ਕੰਮ ਉੱਥੇ ਜਾ ਕੇ ਰੁਜ਼ਗਾਰ ਕਰਨ ਨੂੰ ਕਾਹਲੇ ਨੇ, ਨੌਕਰੀਆਂ ਆਪਣੇ ਦੇਸ਼ ਚਾਹੇ ਉਹ ਪੰਜਾਬ ਹੋਵੇ ਜਾਂ ਹਰਿਆਣਾ, ਦਿੱਲੀ, ਕਿਤੇ ਵੀ ਤੁਸੀਂ ਰਹਿ ਕੇ ਨੌਕਰੀ ਕਰ ਸਕਦੇ ਹੋ, ਪਰ ਇੱਥੇ ਰਹਿ ਕੇ ਨੌਕਰੀ ਕਰੋ ਤੇ ਨਾਲ ਹੀ ਆਪਣੇ ਪਰਿਵਾਰ ਦਾ ਵੀ ਖਿਆਲ ਰੱਖੋ। ਸ਼੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਟੁੱਡੀ, ਪੰਜਾਬ ਤੱਕ।